ਸਤਿ ਸ਼੍ਰੀ ਅਕਾਲ। ਮੁੱਦਾ ਗਰਮ ਹੈ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨ ਬੇਦੀ ਤੇ ਅੱਜ ਗੱਲਬਾਤ ਕਰਾਂਗੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਮਾਮਲੇ ਦੀ। ਕਰੋੜਾਂ ਦਾ ਘੁਟਾਲਾ ਹੋਇਆ। ਪੰਜਾਬ ਸਰਕਾਰ ਦੇ ਮੰਤਰੀ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਨਾਮ ਬੋਲਿਆ। ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਤਾਂ ਕਲੀਨ ਚਿੱਟ ਦੇ ਦਿੱਤੀ ਗਈ ਆਪਣੇ ਪੱਧਰ ਤੇ ਜਾਂਚ ਕਰਕੇ, ਪਰ ਇਸ ਵੇਲੇ ਜਿਹੜਾ ਇਹ ਮਾਮਲਾ ਹੈਗਾ, ਇਹ ਜਾਂਚ ਹੈ ਸੀਬੀਆਈ ਦੇ ਕੋਲ ਹੈ ਔਰ ਲਗਾਤਾਰ ਸਵਾਲ ਉੱਠ ਰਹੇ ਨੇ। ਵਿਰੋਧੀ ਧਿਰਾਂ ਵਾਰ-ਵਾਰ ਕਹਿ ਰਹੀਆਂ ਨੇ ਕਿ ਜਿਹੜਾ ਮੰਤਰੀ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ। ਕਰੋੜਾਂ ਦਾ ਸਕੈਮ ਸੀ, ਇਹਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ तमाम ਪਾਰਟੀਆਂ ਦੇ ਆਗੂ ਬੁਲਾਰੇ ਮੌਜੂਦ ਰਹਿਣਗੇ। ਸਾਡੇ ਨਾਲ ਸਾਹਿਲ ਸਾਂਪਲਾ ਨੇ, ਆਗੂ ਨੇ ਭਾਜਪਾ ਦੇ, ਵਿਜੇ ਸਾਂਪਲਾ ਦੇ ਬੇਟੇ ਨੇ, ਔਰ ਜੀਵਨ ਧਵਨ ਨੇ ਰਹਿਣਗੇ ਸਾਡੇ ਨਾਲ ਮੌਜੂਦ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ। ਇਸ ਦੇ ਨਾਲ ਹੀ ਵਿਨੋਦ ਭਾਰਤੀ ਨੇ, ਸੀਨੀਅਰ ਕਾਂਗਰਸੀ ਆਗੂ ਨੇ, ਸੈਕਟਰੀ ਪੰਜਾਬ ਕਾਂਗਰਸ ਵੀ ਨੇ। तमाम ਮਹਿਮਾਨਾਂ ਦਾ ਸਵਾਗਤ ਹੈ। ਸਾਡੇ ਨਾਲ ਜੁੜਨ ਲਈ ਪਹਿਲਾ ਸਵਾਲ ਵਿਨੋਦ ਭਾਰਤੀ ਜੀ ਤੋਂ ਲੈਣਾ ਬਣਦਾ। ਭਾਰਤੀ ਜੀ, ਸਾਧੂ ਸਿੰਘ ਧਰਮਸੋਤ ਹੋਰਾਂ ਦੇ ਨਾਲ ਜਿਹੜਾ ਇਹ ਮੁੱਦਾ ਜੁੜਿਆ, ਲੰਮਾ ਸਮਾਂ ਹੋ ਗਿਆ, ਸੀਬੀਆਈ ਦੇ ਕੋਲ ਪੜਤਾਲ ਚਲੇਗੀ, ਪੰਜਾਬ ਸਰਕਾਰ ਨੇ ਫਿਰ ਕਲੀਨ ਚਿੱਟ ਕਿਹੜੇ ਆਧਾਰ ਤੇ ਦੇਤੀ? ਕਈ ਵਾਰ ਕੀ ਹੁੰਦਾ ਵੀ ਜਦੋਂ ਆਪੋਜੀਸ਼ਨ ਕੋਲ ਕੋਈ ਮੁੱਦਾ ਨਹੀਂ ਹੁੰਦਾ, ਜਦੋਂ ਉੱਪਰ ਸੈਂਟਰ ਵਿੱਚ ਉਹਨਾਂ ਦੀ ਸਰਕਾਰ ਹੈ, ਜਿਹੜੇ ਅੱਜ ਮੁੱਦਾ ਉਠਾ ਰਹੇ ਹੈ ਸੈਂਟਰ ਵਿੱਚ ਉਹਨਾਂ ਦੀ ਸਰਕਾਰ ਹੈ, ਸਰਕਾਰ ਦੇ ਅੰਡਰ ਸੀਬੀਆਈ ਹੈ ਔਰ ਸੀਬੀਆਈ ਨੂੰ ਸਰਕਾਰ ਦਾ ਤੋਤਾ ਕਿਹਾ ਜਾਂਦਾ ਹੈ। ਜੇ ਸਰਕਾਰ ਦੇ ਕੋਲ ਉਹ ਇਨਕੁਆਇਰੀ ਹੈ, ਸੀਬੀਆਈ ਕੋਲ ਇਨਕੁਆਇਰੀ ਹੈ, ਉਹਨੂੰ ਕਰ ਲੈਣ ਫਾਈਨਲ। ਬਾਰ-ਬਾਰ ਬਲੇਮ ਗੇਮ ਲਾਉਣ ਦੀ ਬਜਾਏ ਉਹਨੂੰ ਕਲੀਅਰ ਕਿਉਂ ਨਹੀਂ ਕਰਦੇ? ਜੇਕਰ ਚੀਫ ਸੈਕਟਰੀ ਐਕਸਾਈਜ਼ ਐਂਡ ਟੈਕਸੇਸ਼ਨ ਦੇ ਘੁਟਾਲੇ ਨੂੰ ਕਲੀਅਰ ਕਰਦਾ ਹੈ ਤਾਂ ਉਹ ਠੀਕ ਹੈ, ਆਪੋਜੀਸ਼ਨ ਉਹਨੂੰ ਮੰਨਦੀ ਹੈ। ਜੇ ਚੀਫ ਸੈਕਟਰੀ ਜਾਂ ਸੈਕਟਰੀ ਮੌਜੂਦਾ ਮੈਟਰ ਤੇ ਕਲੀਨ ਚਿੱਟ ਦਿੰਦਾ ਹੈ ਤਾਂ ਆਪੋਜੀਸ਼ਨ ਉਹਨੂੰ ਮੰਨਦੀ ਨਹੀਂ। ਆਪੋਜੀਸ਼ਨ ਆਪਣੀ ਸਹੂਲਤ ਦੇ ਹਿਸਾਬ ਨਾਲ ਰਾਜਨੀਤੀ ਕਰਦੀ ਹੈ ਔਰ ਇਸ ਰਾਜਨੀਤੀ ਵਿੱਚ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਂ ਤਾਂ ਕੋਈ ਸਿਆਣੀ ਗੱਲ ਕਰਨ, ਉਹਦਾ ਕੋਈ ਮੁੱਦਾ ਉਠਾਉਣ। ਮੈਂ ਕਹਿੰਦਾ ਜੇਕਰ ਇਹ ਕਹਿੰਦੇ ਨੇ ਜੀ ਵੀ ਇਹ ਸਾਡੇ ਕੋਲ ਪ੍ਰੂਫ ਹੈਗੇ ਆ, ਇਹ ਪ੍ਰੂਫ ਲਿਆ ਕੇ ਉੱਥੇ ਕੇਸ ਰਜਿਸਟਰਡ ਕਿਉਂ ਨਹੀਂ ਕਰਾ ਦਿੰਦੇ? ਇਸ ਕਰਕੇ ਜਾਂਚ ਸੀਬੀਆਈ ਕੋਲ ਚਲੀ ਗਈ, ਉਹਨਾਂ ਨੂੰ ਲੱਗਿਆ ਹੋਊਗਾ ਕੁਝ ਤਾਂ ਹੀ ਗਈ ਹੈ, ਕਿਉਂਕਿ ਮਲਟੀ ਕਰੋੜ ਸਕੈਮ ਹੈਗਾ, ਵਜੀਫਾ ਘੁਟਾਲਾ ਹੈ। ਮੈਂ ਤੁਹਾਡੀ ਗੱਲ ਮੰਨਦਾ, ਤੁਸੀਂ ਵਜੀਫੇ ਦੀ ਗੱਲ ਕੀਤੀ ਹੈ। ਪੰਜਾਬ ਸਰਕਾਰ ਦੇ 3 ਸਾਲ ਤੋਂ ਚੀਫ ਮਿਨਿਸਟਰ ਸਾਹਿਬ ਨੇ 1500 ਕਰੋੜ ਰੁਪਏ ਦੀ ਜਿਹੜੀ ਉਹ ਕਾਲਜਸ ਦੀ ਗ੍ਰਾਂਟ ਹੈ ਉਹ ਦੱਬੀ ਬੈਠੀ ਹੈ ਸੈਂਟਰਲ ਗਵਰਨਮੈਂਟ। ਉਹ ਅਜੇ ਪੈਸੇ ਆਏ ਨਹੀਂ। ਜਿਹੜੇ ਪੈਸੇ, ਇਹ ਪਤਾ ਨਹੀਂ ਕਿਹੜੇ ਪੈਸਿਆਂ ਦੀ ਗੱਲ ਕਰਦੇ ਆ ਵੀ ਇਹ ਉੱਥੇ ਘੁਟਾਲਾ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ। ਵਿਜੇ ਸਾਂਪਲਾ ਜੀ ਆਪ ਐਸਸੀ ਕਮਿਸ਼ਨ ਦੇ ਚੇਅਰਮੈਨ ਹੈ, ਉਹ ਇਹਨਾਂ ਦੇ ਉੱਪਰ ਤਾਂ ਐਲੀਗੇਸ਼ਨ ਕਰੀ ਜਾਂਦੇ ਆ। ਉਹ ਬਤੌਰ ਚੇਅਰਮੈਨ ਕੀ ਕਰ ਰਹੇ ਆ? ਚਲੋ ਠੀਕ ਹੈ, ਚਲੋ ਆਪਾਂ ਸਾਹਿਲ ਵੀ ਨਾਲ ਨੇ, ਸਾਹਿਲ ਸਾਂਪਲਾ ਵੀ ਨਾਲ ਨੇ। ਅੱਛਾ ਸਾਹਿਲ, ਇਹਦੇ ਬਾਰੇ ਤੁਸੀਂ ਕੀ ਕਮੈਂਟ ਕਰਦੇ ਹੋ? ਕਿਉਂਕਿ ਵਿਜੇ ਸਾਂਪਲਾ ਹੋਰੀ ਤਾਂ ਆਪ ਜੁੜੇ ਹੋਏ ਨੇ, ਬਹੁਤ ਜ਼ਿਆਦਾ ਭਾਈਚਾਰੇ ਦੀਆਂ ਸਮੱਸਿਆਵਾਂ ਵੀ ਬਹੁਤ ਚੱਕਦੇ ਨੇ, ਬਹੁਤ ਰਾਏ ਰੱਖਦੇ ਨੇ ਬਾਕੀ ਦੇ ਨਾਲ, ਪਰ ਇਸ ਮੁੱਦੇ ਦੇ ਉੱਤੇ ਵੀ ਹੁਣ ਤੁਸੀਂ ਬਹੁਤ ਪ੍ਰੈਸ਼ਰ ਬਿਲਡ ਕਰ ਰਹੇ ਹੋ। ਜੀ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਫਾਸਟਵੇਅਰ ਦਾ, ਔਰ ਜਿੰਨੇ ਵੀ ਮੇਰੇ ਨਾਲ ਜੁੜੇ ਹੋਏ ਨੇ ਵੱਖ-ਵੱਖ ਪਾਰਟੀਆਂ ਤੋਂ, ਉਹਨਾਂ ਦੇ ਸਪੋਕਸਪਰਸਨ, ਮੈਂ ਉਹਨਾਂ ਨੂੰ ਸਾਰਿਆਂ ਨੂੰ ਨਮਸਕਾਰ ਕਹਿੰਦਾ। ਮੈਂ ਇਹਨੂੰ ਬੜਾ ਹੀ ਆਰਾਮ ਜਿਹਾ ਨਾ 2 ਮਿੰਟ 'ਚ ਮੈਂ ਭਾਰਤੀ ਜੀ ਦੀ ਪੂਰੀ ਗੱਲ ਸੁਣੀ। ਇਹਨੇ ਕਿਹਾ ਜੀ ਵਿਪਕਸ਼ ਆਪਣੀ ਸਹੂਲਤ ਦੇ ਹਿਸਾਬ ਨਾਲ ਜਿਹੜਾ ਆ ਉਹ ਇਲਜ਼ਾਮ ਲਾ ਦਿੰਦੀ ਹੈ। ਇਹਦੇ ਵਿੱਚ ਜੇ ਚਾਹਣ ਤੇ ਸੀਬੀਆਈ ਕਿਉਂ ਨਹੀਂ ਕਰਦੀ ਕੋਈ ਜਾਂਚ? ਐਸਸੀ ਕਮਿਸ਼ਨ ਕੀ ਕਰ ਰਿਹਾ? ਪੈਸਾ ਆਇਆ ਹੀ ਨਹੀਂ, ਘੁਟਾਲਾ ਹੋਇਆ ਹੀ ਨਹੀਂ, ਕਲੀਨ ਚਿੱਟ ਦੇ। ਜੇ ਇੱਦਾਂ ਦੀ ਗੱਲ ਹੈ, ਮੈਂ ਭਾਰਤੀ ਜੀ ਮੇਰੇ ਬਹੁਤ ਸਿਆਣੇ ਨੇ, ਮੈਂ ਬੜੇ ਆਦਰ ਸਤਿਕਾਰ ਨਾਲ ਕਹੂੰਗਾ। ਪਹਿਲੀ ਗੱਲ, ਇਹ ਜਿਹੜੇ ਲੱਖਾਂ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਸਟੂਡੈਂਟ ਸੜਕਾਂ ਤੇ ਘੁੰਮ ਰਹੇ ਨੇ ਭਾਰਤੀ ਜੀ, ਉਹ ਬੇਵਕੂਫ ਬੱਚੇ ਨਹੀਂ ਨੇ। ਉਹ ਸਟੂਡੈਂਟ ਕੋਈ ਕਮਲੇ ਨਹੀਂ ਨੇ, ਉਹ ਪੜ੍ਹੇ ਲਿਖੇ ਬੱਚੇ ਨੇ ਜਿਨ੍ਹਾਂ ਦੇ ਰੋਲ ਨੰਬਰ ਰੋਕੇ ਗਏ ਪੰਜਾਬ ਸਰਕਾਰ ਦੀਆਂ ਨਲਾਇਕੀਆਂ ਕਰਕੇ, ਔਰ ਉਹਨਾਂ ਨੂੰ ਕਾਲਜਾਂ ਵੱਲੋਂ ਰੋਲ ਨੰਬਰ ਇਸ ਕਰਕੇ ਨਹੀਂ ਦਿੱਤੇ ਗਏ ਕਿਉਂਕਿ ਜਿਨ੍ਹਾਂ ਕਾਲਜਾਂ ਦੇ ਤਾਂ ਪੈਸੇ ਦੇਣੇ ਬਣਦੇ ਸੀ ਉਹ ਸਰਕਾਰ ਨੇ ਦਿੱਤੇ ਨਹੀਂ, ਔਰ ਜਿਨ੍ਹਾਂ ਨੂੰ ਨਹੀਂ ਸੀ ਬਣਦੇ, ਉਹ ਮੈਂ ਵਰਡ ਯੂਜ਼ ਕਰ ਰਿਹਾ, ਵਰਡ ਕਿੱਥੋਂ ਨਿਕਲਿਆ? ਦ ਗੋਸਟ ਇੰਸਟੀਟਿਊਟਸ। ਦ ਗੋਸਟ ਇੰਸਟੀਟਿਊਟ ਜਿਹੜੇ ਨੇ ਉਹ ਵਰਡ ਨਿਕਲ ਕੇ ਆਇਆ ਸੀਨੀਅਰ ਪੰਜਾਬ ਸਰਕਾਰ ਦੇ ਸੀਨੀਅਰ ਆਈਐਸ ਅਫਸਰ ਕਿਰਪਾ ਸ਼ੰਕਰ ਸਰੋਜ ਜੀ ਦੀ ਰਿਪੋਰਟ 'ਚ, ਜਿਸ ਰਿਪੋਰਟ 'ਚ ਉਹਨੇ ਇਲਜ਼ਾਮ ਲਾਇਆ ਸਰਕਾਰ ਤੇ ਮੰਤਰੀ ਤੇ, ਔਰ ਕਿਹਾ ਕਿ ਜਿਹੜੇ ਇੰਸਟੀਟਿਊਟਸ ਨੂੰ ਪੈਸੇ ਦਿੱਤੇ ਨੇ ਉਹ ਜਿਹੜੇ ਨੇ ਗਲਤ ਦਿੱਤੇ ਨੇ, ਔਰ ਗਰੀਬ ਬੱਚਿਆਂ ਦੇ ਜਿਹੜੇ ਵਜੀਫੇ ਨੇ ਉਹ ਖਾਦੇ ਨੇ ਤਾਂ ਸਾਧੂ ਸਿੰਘ ਧਰਮਸੋਤ ਨੇ। ਔਰ ਇਸ ਤੋਂ ਬਾਅਦ ਵੱਖ-ਵੱਖ ਪਾਰਟੀਆਂ ਨੇ, ਸਟੂਡੈਂਟਸ ਦੀ ਆਰਗੇਨਾਈਜੇਸ਼ਨਸ ਨੇ, ਸਾਰਿਆਂ ਨੇ ਪੰਜਾਬ ਭਰ ਦੇ ਵਿੱਚ ਧਰਨੇ ਲਾਏ ਨੇ। ਔਰ ਉਸ ਤੋਂ ਬਾਅਦ ਜਿਹੜੇ ਨੇ ਇਹ ਕਮੇਟੀ ਜਿਹੜੀ ਹੈ ਸਾਰੇ ਵੱਖ-ਵੱਖ ਪਾਰਟੀਆਂ ਦੇ ਗਏ, ਪਾਰਲੀਮੈਂਟ ਵੀ ਗਏ, ਸਟੂਡੈਂਟਸ ਨੇ ਵੱਖ-ਵੱਖ ਜਗ੍ਹਾ ਆਪਣੇ ਡੀਸੀ ਏਡੀਸੀ ਤੋਂ
ਜਿਹੜੇ ਨੇ ਉਹ ਮੈਮੋਰੰਡਮ ਦਿੱਤੇ ਔਰ ਉਸ ਤੋਂ ਬਾਅਦ ਕੇਂਦਰ ਦੇ ਕੋਲ ਵੀ ਇਹ ਰਿਪੋਰਟ ਆਈ ਔਰ ਇਹ ਸਾਰੇ ਧਰਨੇ ਪ੍ਰਦਰਸ਼ਨ ਔਰ ਵਿਰੋਧ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਸੀਬੀਆਈ ਜਾਂਚ ਜਿਹੜੀ ਹੈ ਉਹ ਰਿਕਮੈਂਡ ਕੀਤੀ। ਹੁਣ ਤੁਸੀਂ ਕਹਿ ਰਹੇ ਕਿ ਸੀਬੀਆਈ ਕਿਉਂ ਨਹੀਂ ਕਰਦੀ ਕਾਰਵਾਈ? ਤੁਹਾਨੂੰ ਜਾਣ ਕੇ ਤੁਹਾਡੀ ਮੈਂ ਜਾਣਕਾਰੀ 'ਚ ਵਾਧਾ ਪਾਊਂਗਾ, ਤੁਸੀਂ ਸੀਨੀਅਰ ਹੋ, ਪਰ ਤੁਹਾਡੀ ਜਾਣਕਾਰੀ 'ਚ ਵਾਧਾ ਪਾਉਣਾ। ਥੋੜੇ ਦਿਨ ਪਹਿਲਾਂ ਸਟੋਰੀ ਵੀ ਛਪੀ, ਪੰਜਾਬ ਸਰਕਾਰ ਨੇ ਸਾਫ਼-ਸਾਫ਼ ਮਨਾ ਕੀਤਾ ਕਿ ਅਸੀਂ ਸੀਬੀਆਈ ਨੂੰ ਕੋਈ ਸਪੋਰਟ ਨਹੀਂ ਕਰਾਂਗੇ, ਕੋਈ ਡਾਕੂਮੈਂਟ ਪ੍ਰੋਵਾਈਡ ਨਹੀਂ ਕਰਾਂਗੇ ਔਰ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਸੀਬੀਆਈ ਨੂੰ ਨਹੀਂ ਕੀਤਾ ਜਾਏਗਾ। ਔਰ ਤੁਸੀਂ ਨਾਲ ਦੀ ਨਾਲ ਪੁੱਛਿਆ ਹੈ ਕਿ ਐਸਸੀ ਕਮਿਸ਼ਨ ਦੇ ਵਿੱਚ ਐਸਸੀ ਕਮਿਸ਼ਨ ਕੀ ਕਰ ਰਿਹਾ? ਐਸਸੀ ਕਮਿਸ਼ਨ ਨੇ 2 ਵਾਰੀ ਚੀਫ ਸੈਕਟਰੀ ਨੂੰ ਕਾਲ ਕਰ ਲਿਆ ਹੈ। 2 ਹੀ ਵਾਰ ਉਹ ਇਹ ਕਹਿ ਕੇ ਗਏ ਨੇ ਕਿ ਸਾਨੂੰ ਥੋੜਾ ਜਿਹਾ ਸਮਾਂ ਦੇ ਦਿਓ ਜੀ, ਅਸੀਂ ਬਸ ਜਾਂਚ ਪੂਰੀ ਕਰਕੇ ਤੁਹਾਨੂੰ ਰਿਪੋਰਟ ਦੇਣੀ ਵਾਲੇ ਆ। ਇਹ 2 ਵਾਰ ਜਵਾਬ ਦੇ ਕੇ ਗਏ ਨੇ। ਔਰ ਸ਼ੌਕਿੰਗਲੀ ਹੁਣ ਕੱਲ ਪਰਸੋਂ ਦੇ ਵਿੱਚ ਹੀ ਚੀਫ ਮਿਨਿਸਟਰ ਸਾਹਿਬ ਦਾ ਬਿਆਨ ਆਉਂਦਾ ਕਿ ਕਲੀਨ ਚਿੱਟ ਦਿੱਤੀ ਜਾਂਦੀ ਧਰਮਸੋਤ ਜੀ ਨੂੰ ਔਰ ਐਸਸੀ ਕਮਿਸ਼ਨ ਵੱਲੋਂ ਫੇਰ ਪੁੱਛਿਆ ਜਾਂਦਾ ਉਸ ਕਮੇਟੀ ਨੂੰ, 3 ਮੈਂਬਰੀ ਕਮੇਟੀ ਨੂੰ, ਕਿ ਕਿਆ ਕੋਈ ਤੁਸੀਂ ਇਦਾਂ ਦੀ ਕਲੀਨ ਚਿੱਟ ਦਿੱਤੀ ਹੈ? ਔਰ ਉਹਨਾਂ ਅਧਿਕਾਰੀਆਂ ਵੱਲੋਂ ਤਵਨ ਸਾਹਿਬ ਭਾਰਤੀ ਜੀ ਤੁਹਾਡੇ ਲਈ ਬਹੁਤ-ਬਹੁਤ ਸ਼ੌਕਿੰਗ ਨਿਊਜ਼ ਹੋਏਗੀ, ਉਹਨਾਂ ਅਧਿਕਾਰੀਆਂ ਨੇ ਸਾਫ਼-ਸਾਫ਼ ਕਹਿਤਾ ਕਿ ਅਸੀਂ ਕੋਈ ਕਲੀਨ ਚਿੱਟ ਨਹੀਂ ਦਿੱਤੀ ਹੈ। ਇਹ ਸੀਐਮ ਸਾਹਿਬ ਦਾ ਆਪਣਾ ਕੋਈ ਸਿਆਸੀ ਬਿਆਨ ਹੋ ਸਕਦਾ, ਸਾਡੇ ਵੱਲੋਂ ਕੋਈ ਕਲੀਨ ਚਿੱਟ ਨਹੀਂ, ਕਿਉਂਕਿ ਸਾਡੀ ਹਜੇ ਤੱਕ ਜਾਂਚ ਹੀ ਪੂਰੀ ਨਹੀਂ ਹੋਈ। ਠੀਕ ਹੈ। ਔਰ ਤੁਸੀਂ ਕਹਿ ਰਹੇ ਹੋ ਸੀਬੀਆਈ ਔਰ ਐਸਸੀ ਕਮਿਸ਼ਨ ਕੀ ਕਰ ਰਿਹਾ ਹੈ? ਸੀਬੀਆਈ ਔਰ ਐਸਸੀ ਕਮਿਸ਼ਨ ਆਪਣਾ ਕੰਮ ਕਰ ਰਿਹਾ ਹੈ, ਮਗਰ ਪੰਜਾਬ ਸਰਕਾਰ ਜਿਹਦੇ ਕੀ ਮੁਖੀ ਚੀਫ ਮਿਨਿਸਟਰ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਔਰ ਇਸ ਜਾਂਚ ਨੂੰ ਇੱਕ ਤਰ੍ਹਾਂ ਮੈਂ ਕਹੂੰਗਾ ਕਿ ਉਹ ਇਸ ਜਾਂਚ ਨੂੰ ਭਟਕਾ ਰਹੇ ਨੇ। ਠੀਕ ਹੈ, ਚਲੋ ਠੀਕ ਹੈ। ਅੱਛਾ, ਧਵਨ ਜੀ ਵੀ ਨਾਲ ਨੇ। ਧਵਨ ਜੀ, ਵਿਰੋਧੀ ਧਿਰਾਂ ਦਾ ਵੀ ਰੋਲ ਬਹੁਤ ਰਿਹਾ ਇਹਦੇ ਵਿੱਚ, ਚਾਹੇ ਆਮ ਆਦਮੀ ਪਾਰਟੀ ਹੋਵੇ, ਸ਼੍ਰੋਮਣੀ ਅਕਾਲੀ ਦਲ ਹੋਵੇ, ਤਾਂ ਬਹੁਤ ਜ਼ੋਰ ਲਗਾਇਆ ਤਾਂ ਹੁਣ ਇਹ ਮੁੱਦਾ ਸੀਬੀਆਈ ਤੱਕ ਗੱਲ ਜਾ ਪਾਈ ਹੈ, ਕਿਉਂਕਿ ਵਜ਼ੀਫਾ ਘੁਟਾਲੇ ਦਾ ਵੱਡਾ ਮਾਮਲਾ ਸੀਗਾ। ਤੇ ਹੁਣ ਇਹਨੂੰ ਕਿੱਦਾਂ ਦੇਖਦੇ ਹੋ? ਇੱਕ ਪਾਸੇ ਕਲੀਨ ਚਿੱਟ ਹੈ ਤਾਂ ਇੱਕ ਪਾਸੇ ਜਾਂਚ ਦੀ ਗੱਲ ਹੋ ਰਹੀ ਹੈ ਦੂਜੇ ਪਾਸੇ। ਦੇਖੋ, ਆਪਣਿਆਂ ਨੂੰ ਕਲੀਨ ਚਿੱਟ ਦੇਣੀ ਬੜੀ ਸੌਖੀ ਹੁੰਦੀ ਆ। ਕਹਿ ਦੇਣਾ ਕਲੀਨ ਚਿੱਟ ਦੇਤੀ ਤਾਂ ਬੰਦਾ ਕਲੀਨ ਨਹੀਂ ਹੋ ਜਾਂਦਾ ਜੀ। ਭਾਰਤੀ ਜੀ ਦੀਆਂ ਮੈਂ ਗੱਲਾਂ ਸੁਣੀਆਂ, ਸਾਂਪਲਾ ਜੀ ਦੀਆਂ ਵੀ ਗੱਲਾਂ ਸੁਣੀਆਂ। ਉਹ ਬੱਚਿਆਂ ਬਾਰੇ ਸੋਚੋ ਜਿਨ੍ਹਾਂ ਨੂੰ ਵਜ਼ੀਫੇ ਮਿਲਨੇ ਸੀ ਔਰ 3 ਸਾਲ ਤੋਂ ਜਿਨ੍ਹਾਂ ਦੇ ਕੈਰੀਅਰ ਤਬਾਹ ਹੋ ਗਏ। ਉਹ ਬੱਚਿਆਂ ਦਾ ਕੌਣ ਜ਼ਿੰਮੇਵਾਰ ਆ? ਉਹਨਾਂ ਦੀ ਭਾਰਤੀ ਜੀ ਜਵਾਬ ਦੇਣ ਕਿ ਜਿਹੜੇ ਬੱਚੇ ਅੱਜ ਤੋਂ 3 ਸਾਲ ਪਹਿਲਾਂ ਵਜ਼ੀਫਾ ਲੈ ਕੇ ਉਹਨਾਂ ਨੇ ਅਪੀਅਰ ਹੋਣਾ ਸੀ, ਉਹਨਾਂ ਦੀ ਲਾਈਫ ਦਾ 3 ਸਾਲ ਦਾ ਪੀਰੀਅਡ ਕੌਣ ਭਰਪਾਈ ਕਰੂਗਾ? ਇਹ ਗੱਲਾਂ ਜਿਹੜੀਆਂ ਭਾਰਤੀ ਜੀ ਕਲੀਨ ਚਿੱਟ ਦੇਣ ਨਾਲ ਕੋਈ ਉਹ ਬੱਚਿਆਂ ਦੇ ਕੈਰੀਅਰ ਦਾ ਵੀ ਤਾਂ ਸੋਚੋ। ਸਾਂਪਲਾ ਜੀ ਨੇ ਜਿਹੜੇ ਸਵਾਲ ਕੀਤੇ, ਮੈਂ ਸਾਂਪਲਾ ਜੀ ਨੂੰ ਇਹ ਗੱਲ ਕਹਿਣੀ ਚਾਹੁੰਦਾ, ਸਾਂਪਲਾ ਜੀ ਐਟਲੀਸਟ ਜਿਹੜੇ ਬੱਚੇ ਸਫਰ ਕਰ ਰਹੇ ਆ, ਜਿਨ੍ਹਾਂ ਬੱਚਿਆਂ ਨੇ ਇਸ ਘੁਟਾਲੇ ਦੇ ਮੁਤਾਬਿਕ ਸਫਰ ਕੀਤਾ, ਚਲੋ ਮੰਤਰੀ ਘੁਟਾਲਾ ਕਰ ਗਏ, ਸਰਕਾਰ ਨੇ ਉਹਨੂੰ ਕਲੀਨ ਚਿੱਟ ਦੇ ਦਿੱਤੀ, ਕਿਆ ਉਹ ਇੱਕ ਆਈਏਐਸ ਆਫੀਸਰ ਇਹਨਾਂ ਦੀ ਸਰਕਾਰ ਦਾ ਹੀ ਸੀ ਨਾ ਜਿਨ੍ਹਾਂ ਨੇ ਇਲਜ਼ਾਮ ਲਗਾਏ ਆ? ਜੇ ਉਹ ਇਲਜ਼ਾਮ ਗਲਤ ਹੁੰਦੇ ਤਾਂ ਇਹਨਾਂ ਨੇ ਉਹਨੂੰ ਆਈਏਐਸ ਅਫਸਰ ਨੂੰ ਟੰਗਿਆ ਹੋਣਾ ਸੀ। ਇੱਥੋਂ ਇਹ ਜ਼ਾਹਰ ਹੁੰਦਾ ਕਿ ਇਲਜ਼ਾਮ ਜਿਹੜੇ ਲਗਾਏ ਗਏ ਉਹ ਸਹੀ ਆ, ਉਹਦੇ 'ਚ ਕਹਿਣ ਦੇ ਨਾਲ ਕਲੀਨ ਚਿੱਟ ਨਹੀਂ ਹੋਣੀ। ਇਹ ਖਾਲੀ ਇੰਨਾ ਕੁ ਮਸਲਾ ਨਾ ਗਿਣਨ, ਇਹ ਲੋਕਾਂ ਦੀਆਂ ਕੈਰੀਅਰ ਦਾ ਮਸਲਾ, ਲੋਕਾਂ ਦੀਆਂ ਜ਼ਿੰਦਗੀਆਂ ਨਾਲ, ਔਰ ਖਾਸ ਤੌਰ ਤੇ ਉਸ ਵਰਗ ਦੇ ਲਈ ਹੈ ਜਿਨ੍ਹਾਂ ਨੂੰ ਬਹੁਤ ਲੋੜ ਹੈ, ਜਿਹੜੇ ਬੱਚੇ ਆਰਥਿਕ ਪੱਖ ਤੋਂ ਵੀ ਕਮਜ਼ੋਰ ਪਰਿਵਾਰਾਂ ਦੇ ਨੇ। ਠੀਕ ਹੈ। ਅੱਛਾ ਭਾਰਤੀ ਜੀ, ਇਹ ਇੱਕ ਬਹੁਤ ਮੈਨੂੰ ਲੱਗਦਾ ਕਿ ਵਾਜਬ ਸਵਾਲ ਹੈ। ਤੁਹਾਡੀ ਸਰਕਾਰ ਦਾ ਅਫਸਰ ਹੈ, ਆਈਏਐਸ ਅਫਸਰ, ਜਿਹਦੇ ਵੱਲੋਂ ਇਹ ਰਿਪੋਰਟ ਬਣਾਈ ਗਈ ਸੀ, 32 ਕੇ 52 ਪੇਜਾਂ ਦੀ ਰਿਪੋਰਟ ਹੈ, ਤਾਂ ਇਹ ਵੀ ਤਾਂ ਸਵਾਲ ਨੇ। ਔਰ ਉਹਦੇ ਜੇ ਕੋਈ ਊਣਤਾ ਹੀ ਪਾਈ ਹੁੰਦੀ ਤਾਂ ਅਧਿਕਾਰੀਆਂ ਦੇ ਉੱਤੇ ਤਾਂ ਮਿੰਟ 'ਚ ਕਾਰਵਾਈ ਹੋ ਜਾਂਦੀ ਹੈ, ਸਸਪੈਂਡ ਹੋ ਜਾਂਦੇ ਨੇ। ਤਾਂ ਕੋਈ ਤਾਂ ਆਧਾਰ ਰਿਹਾ ਹੋਵੇਗਾ ਜਿਸ ਤੋਂ ਬਾਅਦ ਜਿਹੜੀ ਐਡੀ ਰਿਪੋਰਟ ਬਣ ਗਈ, ਅੱਜ ਮਾਮਲਾ ਸੀਬੀਆਈ ਤੱਕ ਪਹੁੰਚ ਗਿਆ। ਗਗਨ ਜੀ, ਮੈਂ ਸਾਂਪਲਾ ਜੀ ਨੂੰ ਬੜੇ ਗੌਰ ਨਾਲ ਸੁਣ ਰਿਹਾ ਸੀ। ਮੇਰਾ ਅਜੀਜ਼ ਮੈਨੂੰ ਲੱਗਦਾ ਆਪ ਵੀ ਕਨਫਿਊਜ਼ਡ ਹੈ। ਉਹ ਇੱਕ ਪਾਸੇ ਤਾਂ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਅਮਾਉਂਟ, ਜਿਹੜੀ ਗ੍ਰਾਂਟ ਐਸਸੀ ਬੱਚਿਆਂ ਲਈ ਆਈ ਸੀ, ਉਹ ਕਿਸੇ ਹੋਰ ਨੂੰ ਦੇ ਦਿੱਤੀ ਗਈ, ਉਹਨਾਂ ਦਾ ਹੱਕ ਮਾਰਿਆ ਗਿਆ। ਔਰ ਜਦੋਂ ਇਹ ਕਿਸੇ ਹੋਰ ਨੂੰ ਦਿੱਤੀ ਗਈ ਤਾਂ ਫਿਰ ਉਹਦਾ ਕੱਢਣ ਵੀ ਕਿਹਨੂੰ ਦਿੱਤੀ ਗਈ? ਦੂਸਰੀ ਗੱਲ ਇਹ ਕਹਿੰਦੇ ਵੀ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਰੋਲ ਨੰਬਰ ਨਹੀਂ ਦਿਆਂਗੇ। ਜਿਹਨਾਂ ਬੱਚਿਆਂ ਦੀ ਗ੍ਰਾਂਟ ਨਹੀਂ ਆਈ ਕਾਲਜਿਸ ਨੂੰ, ਉਹਨਾਂ ਨੂੰ ਉਹ ਰੋਲ ਨੰਬਰ ਨਹੀਂ ਦੇਣਗੇ। ਲੇਕਿਨ ਇੱਕ ਗੱਲ ਮੈਂ ਇੱਥੇ ਯਾਦ ਦਿਵਾਉਣੀ ਚਾਹੁੰਦਾ ਕਿ ਪੰਜਾਬ ਦੇ ਚੀਫ ਮਿਨਿਸਟਰ, ਪੰਜਾਬ ਦੇ ਐਜੂਕੇਸ਼ਨ ਮਿਨਿਸਟਰ, ਪੰਜਾਬ ਦੇ ਸੋਸ਼ਲ ਵੈਲਫੇਅਰ ਮਿਨਿਸਟਰ ਨੇ ਐਲਾਨ ਕੀਤਾ ਸੀ ਕਿ ਕੋਈ ਵੀ ਜਿਹੜਾ ਅਦਾਰਾ ਹੈ ਉਹ ਕਿਸੇ ਵੀ ਬੱਚੇ ਦੇ ਰੋਲ ਨੰਬਰ ਨਹੀਂ ਰੋਕ ਸਕਦਾ। ਜੇ ਕਿਸੇ ਦਾ ਰੋਕਿਆ ਤਾਂ ਦੱਸੋ, ਤੁਸੀਂ ਸਕਰੀਨ ਤੇ ਬੈਠੇ ਹੋ, ਹੁਣੇ ਉਹਦੀ ਇਨਕੁਆਇਰੀ ਕਰ ਲਾਂਗੇ। ਦੂਜੀ ਗੱਲ ਕਹਿੰਦੇ ਵੀ ਸੀਬੀਆਈ ਜਿਹੜੀ ਹੈ ਉਹਦੇ ਕੋਲ ਇਨਕੁਆਇਰੀ ਹੈ,
ਜੇ ਸੀਬੀਆਈ ਇਨਕੁਆਇਰੀ ਹੈ, ਜੇ ਪੰਜਾਬ ਸਰਕਾਰ ਨੇ ਇਹ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਕੋਆਪਰੇਟ ਨਹੀਂ ਕਰਾਂਗੇ, ਤਾਂ ਇਹਦੇ ਲਈ ਸੀਬੀਆਈ ਦਾ ਪਿਛਲਾ ਇਤਿਹਾਸ ਜ਼ਿੰਮੇਵਾਰ ਹੈ, ਕਿਉਂਕਿ ਸੀਬੀਆਈ ਸੈਂਟਰ ਗਵਰਨਮੈਂਟ ਦਾ ਤੋਤਾ ਬਣੀ ਹੋਈ ਹੈ। ਪਰ ਭਾਰਤੀ ਜੀ ਪ੍ਰੋਟੋਕਾਲ ਤਾਂ ਇਹੀ ਬਣਦਾ ਨਾ ਕਿ ਜਿਹੜੀ ਐਡੀ ਏਜੰਸੀ ਹੈ ਉਹਨੂੰ ਕੋਆਪਰੇਟ ਤਾਂ ਕਰਨਾ ਚਾਹੀਦਾ ਨਾ। ਮੈਂ ਤੁਹਾਨੂੰ ਦੱਸਦਾ, ਸਰਕਾਰ ਦੇ ਖਿਲਾਫ ਕੋਈ ਵੀ ਬੰਦਾ ਬੋਲਦਾ ਹੈ, ਸਵੇਰੇ ਸੀਬੀਆਈ ਉਹਦੇ ਘਰ ਰੇਡ ਮਾਰ ਦਿੰਦੀ ਹੈ। ਉਹ ਨਿਊਟਰਲ ਹੀ ਨਹੀਂ ਹੈਗੀ ਸੀਬੀਆਈ ਏਜੰਸੀ। ਜੇ ਨਿਊਟਰਲ ਹੋਵੇ ਤਾਂ ਸਰਕਾਰ ਨੂੰ ਕੋਆਪਰੇਟ ਕਰਨ ਨੂੰ ਕੀ ਹਰਜ ਹੈ? ਹਰ ਆਦਮੀ ਚਾਹੁੰਦਾ ਕਿ ਸੱਚਾਈ ਸਾਹਮਣੇ ਆਵੇ। ਉਹ ਐਸੇ ਬੱਚਿਆਂ ਦੇ ਜਿਹੜੇ ਹੱਕ ਹੈ, ਨਾ ਕਿਸੇ ਨੂੰ ਮਾਰਨ ਦਿੱਤੇ ਜਾਣਗੇ, ਨਾ ਅੱਜ ਤੱਕ ਕਿਸੇ ਨੇ। ਅੱਛਾ ਭਾਰਤੀ ਜਿਹੜਾ ਸਵਾਲ ਮੈਂ ਤੁਹਾਨੂੰ ਪੁੱਛਿਆ ਸੀ ਤੁਸੀਂ ਜਵਾਬ ਨਹੀਂ ਦਿੱਤਾ। ਤੁਹਾਡੇ ਸਰਕਾਰ ਦੇ ਅਧਿਕਾਰੀ ਦੇ ਵੱਲੋਂ ਹੀ ਰਿਪੋਰਟ ਬਣਾਈ ਗਈ ਸੀ, 52 ਪੇਜਾਂ ਦੀ ਰਿਪੋਰਟ ਹੈ ਆਈਏਐਸ ਅਧਿਕਾਰੀ ਦੇ ਵੱਲੋਂ। ਤਾਂ ਜੇ ਊਣਤਾ ਹੀ ਲੱਗੀ ਸੀ ਤਾਂ ਉਦੋਂ ਕੋਈ ਕਾਰਵਾਈ ਕਰ ਦਿੰਦੇ। ਅਧਿਕਾਰੀ ਦਾ ਕੋਈ ਪੱਖ ਲਿਆ, ਕਮੇਟੀ ਤਾਂ ਤੁਸੀਂ ਬਣਾਈ ਹੈ, ਉਹ ਵੀ ਆਈਏਐਸ ਅਧਿਕਾਰੀਆਂ ਦੀ ਕਮੇਟੀ ਜਿਹੜੀ ਪੜਤਾਲ ਕਰ ਰਹੀ ਹੈ, ਜਿਨ੍ਹਾਂ ਨੇ ਕਲੀਨ ਚਿੱਟ ਦਿੱਤੀ ਹੈ। ਗਗਨ ਜੀ, ਜਦੋਂ ਉਹ ਫਾਈਲ ਸੀਬੀਆਈ ਕੋਲ ਚਲੀ ਗਈ, ਇਨਕੁਆਇਰੀ ਸੀਬੀਆਈ ਕੋਲ ਚਲੀ ਗਈ, ਤਾਂ ਕੀ ਸਰਕਾਰ ਨੂੰ ਉਹਦੇ ਚ ਇੰਟਰਫੇਰੈਂਸ ਕਰਨੀ ਚਾਹੀਦੀ ਹੈ? ਨਹੀਂ, ਜਦੋਂ ਪਹਿਲਾਂ ਸੀਬੀਆਈ ਦੇ ਕੋਲ ਨਹੀਂ ਗਈ ਸੀ, ਬਹੁਤ ਲੰਮਾ ਸਮਾਂ ਇੱਥੇ ਹੀ ਰਹੀ ਹੈ ਪੰਜਾਬ ਦੇ ਵਿੱਚ ਹੀ ਸਾਰਾ ਇਹ ਜਿਹੜਾ ਵੀ ਮਾਮਲਾ ਉਸੇ ਕਰਕੇ ਉਹਦਾ ਰਿਵੀਜ਼ਨ ਹੋਇਆ। ਉਸ ਰਿਵੀਜ਼ਨ ਦੇ ਵਿੱਚ ਸਰਕਾਰ ਨੂੰ ਨਹੀਂ ਕੁਝ ਮਿਲਿਆ, ਉਹਨਾਂ ਨੇ ਕਲੀਨ ਚਿੱਟ ਦਿੱਤੀ। ਹੁਣ ਇਹ ਕਹਿੰਦੇ ਜੀ ਇਹ ਕਲੀਨ ਚਿੱਟ ਗਲਤ ਦਿੱਤੀ ਹੈ। ਜੇ ਕਲੀਨ ਚਿੱਟ ਗਲਤ ਦਿੱਤੀ ਹੈ ਤਾਂ ਸੀਬੀਆਈ ਇਨਕੁਆਇਰੀ ਕਰ ਰਹੀ ਹੈ। ਜੇ ਇੱਕ ਗੱਲ ਸਾਂਪਲਾ ਜੀ ਨੇ ਕਹੀ ਕਿ ਵੀ ਸੀਬੀਆਈ ਨੇ ਕਹਿੰਦੇ ਅਸੀਂ ਕੋਆਪਰੇਟ ਨਹੀਂ ਕਰਾਂਗੇ। ਤੁਸੀਂ ਇਹ ਦੱਸੋ ਵੀ ਸੀਬੀਆਈ ਨੇ ਜੇ ਕੁਝ ਮੰਗਿਆ ਤਾਂ ਸੀਬੀਆਈ ਨੂੰ ਇਨਕਾਰ ਤਾਂ ਨਹੀਂ ਕੀਤਾ ਦੇਣ ਤੋਂ? ਚਲੋ ਠੀਕ ਹੈ ਸਾਹਿਲ ਦਾ ਵੀ ਪੱਖ ਲੈ ਲਈਏ। ਜੀ ਸਾਹਿਲ ਜੀ ਕਰ ਲਓ। ਭਾਰਤੀ ਜੀ ਮੈਂ ਵਾਪਸ ਆਵਾਂਗਾ ਤੁਹਾਡੇ ਕੋਲ, ਆਪਾਂ ਸਭ ਦੀ ਸੁਣ ਲਈਏ। ਹਾਂਜੀ ਨੇ ਬਹੁਤ ਸਾਰੇ ਸਵਾਲ ਚੱਕੇ ਨੇ। ਭਾਰਤੀ ਜੀ ਨੇ ਕਿਹਾ, ਪਹਿਲੀ ਗੱਲ ਤੇ ਇਹਨੇ ਕਿਹਾ ਕਿ ਮੈਂ ਕਿਹਾ ਕਿ ਜਿਹੜੇ ਪੈਸੇ ਦਲਿਤ ਬੱਚਿਆਂ ਦੀ ਸਕਾਲਰਸ਼ਿਪ ਦਾ ਸੀ ਉਹ ਕਿਸੇ ਹੋਰ ਕਾਲਜ ਨੂੰ ਦੇਤਾ। ਇਹ ਕਹਿੰਦੇ ਜੀ ਜੇ ਕਿਸੇ ਹੋਰ ਨੂੰ ਦੇਤਾ ਤਾਂ ਮੈਂ ਭਾਰਤੀ ਨੂੰ ਦੱਸਣਾ ਚਾਹੂੰਗਾ ਜੀ ਇਹੀ ਸਕੈਮ ਹੈ। ਸਕੈਮ ਹੀ ਇਹ ਹੈ। ਡਾਇਵਰਸਿਟੀ ਕਰਤੀ, ਫੰਡਾਂ ਦੀ ਡਾਇਵਰਸਿਟੀ ਹੋ ਗਈ। ਜਿੱਥੇ ਉੱਥੇ ਨਹੀਂ ਦਿੱਤੇ ਗਏ। ਭਾਰਤੀ ਜੀ ਤੁਸੀਂ ਬੜੇ ਸੀਨੀਅਰ ਹੋ, ਮੈਂ ਵਿੱਚ ਇੱਕ ਵਾਰ ਵੀ ਨਹੀਂ ਬੋਲਿਆ। ਭਾਰਤੀ ਜੀ ਆਪਾਂ ਕੰਪਲੀਟ ਕਰਾ ਲਈਏ। ਆਪਾਂ ਕਮੈਂਟ ਲੈ ਲਈਏ ਸਾਹਿਲ ਲੋਰਾ ਦਾ ਵੀ। ਔਰ ਤੁਸੀਂ ਕਹਿ ਰਹੇ, ਔਰ ਇਹ ਕਹਿ ਰਹੇ ਨੇ ਕਿ ਜੀ ਕਿਸੇ ਦਾ ਰੋਲ ਨੰਬਰ ਨਹੀਂ ਜੀ ਰੋਕਿਆ ਗਿਆ। ਔਰ ਚੀਫ ਮਿਨਿਸਟਰ ਜੀ ਨੇ, ਐਜੂਕੇਸ਼ਨ ਮੰਤਰੀ ਜੀ ਨੇ, ਫਰਾਂਸ ਸਾਰਿਆਂ ਨੇ ਜੀ ਆਰਡਰ ਕਰਤੇ ਜੀ ਕੋਈ ਇੰਸਟੀਚਿਊਟ ਕਿਸੇ ਦਾ ਰੋਲ ਨੰਬਰ ਨਹੀਂ ਰੋਕੋ। ਇਹ ਤੁਹਾਡੇ ਕਰਕੇ ਨਹੀਂ ਹੋਇਆ ਭਾਰਤੀ ਜੀ, ਤੁਹਾਡੀ ਸਰਕਾਰ ਔਰ ਚੀਫ ਮਿਨਿਸਟਰ ਕਰਕੇ ਨਹੀਂ ਹੋਇਆ। ਇਹ ਇਸ ਕਰਕੇ ਉਹਨਾਂ ਦੇ ਪ੍ਰੈਸ਼ਰ ਬਿਲਟ ਹੋਇਆ ਕਾਲਜਾਂ ਤੇ, ਕਿਉਂਕਿ ਬੱਚੇ ਸੜਕਾਂ ਤੇ ਉਤਰ ਆਏ ਸੀ। ਸਾਰੀਆਂ ਵਿਰੋਧੀ ਪਾਰਟੀਆਂ ਸੜਕਾਂ ਤੇ ਧਰਨੇ ਦੇ ਰਹੀਆਂ ਸੀ। ਬੱਚੇ ਜਿਹੜੇ ਨੇ ਉਹਨਾਂ ਦੀਆਂ 3-3 ਸਾਲ ਦੀਆਂ ਡਿਗਰੀਆਂ ਫਸੀਆਂ ਹੋਈਆਂ, ਉਹਨਾਂ ਦੇ ਰੋਲ ਨੰਬਰ ਨਹੀਂ ਇਸ਼ੂ ਹੋ ਰਹੇ ਸੀ, ਉਹਨਾਂ ਨੂੰ ਪੇਪਰਾਂ 'ਚ ਬਹਿਣ ਨਹੀਂ ਦਿੱਤਾ ਜਾ ਰਹੀ। ਜਿਸ ਗਰੀਬ ਬੱਚੇ ਤੋਂ ਆਪਣੀ ਕਾਲਜ ਦੀ ਫੀਸ ਦੇਣ ਦੇ ਪੈਸੇ ਨਾ ਹੋਣ, ਤੁਸੀਂ ਉਹਨਾਂ ਨੂੰ ਦਰ ਜਿਹੜੇ ਧੱਕੇ ਖਾਣ ਲਈ ਮਜਬੂਰ ਕਰ ਦੋ। ਔਰ ਉਸ ਤੋਂ ਬਾਅਦ ਕਹਿ ਦੋ ਜੀ ਦੇਖੋ ਜੀ ਅਸੀਂ ਤਾਂ ਕਹਿਤਾ ਕੋਈ ਕਿਸੇ ਦਾ ਰੋਲ ਨੰਬਰ ਨਹੀਂ ਰੋਕੂਗਾ। ਇਹ ਤੁਹਾਡੇ ਕਰਕੇ ਨਹੀਂ, ਇਹ ਬੱਚਿਆਂ ਦੇ ਸੰਘਰਸ਼ ਕਰਕੇ ਹੋਇਆ। ਔਰ ਪਾਰਟੀਆਂ ਜਿੰਨੀਆਂ ਵਿਰੋਧੀ ਪਾਰਟੀਆਂ ਸਰਕਾਰ ਦੇ ਖਿਲਾਫ ਧਰਨੇ ਤੇ ਬੈਠੀਆਂ, ਪ੍ਰੈਸ਼ਰ ਬਿਲਟ ਅਪ ਹੋਇਆ, ਨੈਸ਼ਨਲ ਸਟੋਰੀਜ਼ ਬਣੀਆਂ, ਪਾਰਲੀਮੈਂਟ ਤੱਕ ਇਹ ਗੱਲ ਗਈ। ਉਸ ਤੋਂ ਬਾਅਦ ਮਜਬੂਰੀ 'ਚ ਤੁਹਾਨੂੰ ਕਹਿਣਾ ਪਿਆ, ਕਿਉਂਕਿ ਤੁਸੀਂ ਉਹਨਾਂ ਕਾਲਜਾਂ ਦੇ ਪੈਸੇ ਨਹੀਂ ਦੇ ਰਹੇ। ਉਹ ਕਾਲਜ ਵਾਲੇ ਆਪਣੀ ਜਗ੍ਹਾ ਸਹੀ ਨੇ, ਬੱਚੇ ਆਪਣੀ ਜਗ੍ਹਾ ਸਹੀ ਨੇ। ਕਾਲਜ ਵਾਲੇ ਜਿਹੜੇ ਕਹਿ ਰਹੇ ਨੇ ਕਿ ਸਰਕਾਰ ਸਾਨੂੰ ਪੈਸੇ ਨਹੀਂ ਦੇ ਰਹੀ। ਔਰ ਉਸ ਤੋਂ ਬਾਅਦ ਐਸਸੀ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਚੀਫ ਮਿਨਿਸਟਰ ਆਪਣੇ ਚੀਫ ਸੈਕਟਰੀ ਜੀ ਨੂੰ ਔਰ ਐਜੂਕੇਸ਼ਨ ਹਾਇਰ ਐਜੂਕੇਸ਼ਨ ਦੇ ਸੈਕਟਰੀ ਨੂੰ। ਉਸ ਤੋਂ ਬਾਅਦ ਰੋਲ ਨੰਬਰ ਵਾਲੀ ਗੱਲ ਹੋਈ, ਮੀਟਿੰਗ ਹੋਈ ਜੈਕ ਦੇ ਨਾਲ, ਸਾਰੇ ਕਾਲਜਾਂ ਦੇ ਜਿਹੜੇ ਸੀ ਉਹ ਨੁਮਾਇੰਦੇ ਬੈਠੇ। ਔਰ ਉਸ ਤੋਂ ਬਾਅਦ ਸਰਕਾਰ ਨੂੰ ਮਜਬੂਰਨ ਝੁਕਣਾ ਪਿਆ। ਕੋਈ ਆਰਡਰ ਨਹੀਂ, ਤੁਸੀਂ ਝੁਕੇ ਹੋ ਬੱਚਿਆਂ ਦੇ ਸੰਘਰਸ਼ ਦੇ ਸਾਹਮਣੇ। ਉਹਨਾਂ ਦਲਿਤ ਬੱਚਿਆਂ ਨੇ ਤੁਹਾਨੂੰ ਝੁਕਾਇਆ ਆਪਣੇ ਸੰਘਰਸ਼ ਦੇ ਸਾਹਮਣੇ ਕਿ ਸਾਡੇ ਹੱਕ ਤੁਸੀਂ ਨਹੀਂ ਮਾਰ ਸਕਦੇ। ਉਸ ਤੋਂ ਬਾਅਦ ਤੁਸੀਂ ਇਹ ਆਰਡਰ ਦਿੱਤੇ ਨੇ ਔਰ ਇਸ ਨੂੰ ਤੁਸੀਂ ਆਪਣੀ ਕੋਈ ਬਹੁਤ ਵੱਡੀ ਅਚੀਵਮੈਂਟ ਨਾ ਗਿਣੋ। ਇਹ ਸਰਕਾਰ ਦੀ ਨਲਾਇਕੀ ਹੈ ਕਿ ਦਲਿਤ ਬੱਚਿਆਂ ਨੂੰ ਤੁਸੀਂ ਸੜਕਾਂ ਤੇ ਘੁਮਾਇਆ, ਉਹਨਾਂ ਨੂੰ ਮਜਬੂਰ ਕੀਤਾ ਔਰ ਉਹਨਾਂ ਨੂੰ ਤੁਸੀਂ ਇਸ ਹੱਦ ਤੱਕ ਲੈ ਗਏ ਕਿ ਬੱਚੇ, ਕੁੜੀਆਂ, ਮੁੰਡੇ ਸੜਕਾਂ ਜਿਹੜੀਆਂ ਜਾਮ ਕਰਨੇ ਤੇ ਪੜ੍ਹਨ ਵਾਲੇ ਬੱਚੇ ਸੜਕਾਂ ਤੇ ਬਿਠਾ ਦਿੱਤੇ ਤੁਸੀਂ। ਔਰ ਉਸ ਤੋਂ ਬਾਅਦ ਇਹ ਕੰਮ ਹੋਇਆ। ਇਸ ਕਰਕੇ ਤੁਸੀਂ ਇਹਨੂੰ ਆਪਣੀ ਅਚੀਵਮੈਂਟ ਨਾ ਗਿਣੋ। ਔਰ ਤੁਸੀਂ ਕਹਿ ਰਹੇ ਹੋ ਕਿ ਸੀਬੀਆਈ ਤੋਂ ਚਲਾ ਗਿਆ ਕੇਸ, ਹੁਣ ਸਰਕਾਰ ਕਿੱਦਾਂ ਇੰਟਰਫੇਅਰ ਕਰ ਦੂਗੀ। ਇਹ ਤਾਂ ਸਰ ਥੋੜੇ ਦਿਨ ਹੋਏ ਨੇ, 1 ਸਾਲ ਹੋ ਗਿਆ। ਬਿਲਕੁਲ 1 ਸਾਲ ਇੱਥੇ ਹੀ ਸੀਗਾ ਸਾਰਾ ਕੇਸ ਇਹ। ਤੁਹਾਡੀ ਸਰਕਾਰ ਕੁਝ ਨਹੀਂ ਕਰ ਰਹੀ। ਔਰ ਜੇ ਕਿਰਪਾ ਸ਼ੰਕਰ ਸਰੋਜ ਦੀ ਰਿਪੋਰਟ ਗਲਤ ਹੈ, ਤੁਸੀਂ ਉਹ ਤੇ ਕਿਉਂ ਨਹੀਂ ਕਾਰਵਾਈ ਕਰਦੇ? 1 ਸਾਲ ਤੋਂ ਕਿਉਂ ਨਹੀਂ ਕਾਰਵਾਈ ਕੀਤੀ? ਔਰ ਮੈਂ ਡੰਕੇ ਦੀ ਚੋਟ ਤੇ ਪੁੱਛਣਾ ਚਾਹੂੰਗਾ ਭਾਰਤੀ ਜੀ ਨੂੰ, ਮੈਨੂੰ ਉਹ ਕਲੀਨ ਚਿੱਟ ਦਾ ਲੈਟਰ ਦੇ ਦੇਣ, ਆਫੀਸ਼ੀਅਲ, ਜਵਾਨੀ ਨਹੀਂ,
ਆਫੀਸ਼ੀਅਲ ਲੈਟਰ ਮੈਨੂੰ ਦੇ ਦੇਣ ਕਲੀਨ ਚਿੱਟ ਦਾ, ਜਿਸ 'ਚ ਕਿਹਾ ਗਿਆ ਹੋਵੇ ਸਾਧੂ ਸਿੰਘ ਧਰਮਸੋਤ ਜੀ ਨੂੰ ਕਲੀਨ ਚਿੱਟ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ। ਮੈਨੂੰ ਆਫੀਸ਼ੀਅਲ ਲੈਟਰ ਲਿਖਾ ਦੇਣ। ਮੈਂ ਜਵਾਨੀ ਨਹੀਂ, ਮੈਂ ਲਿਖਤੀ ਮੰਗ ਰਿਹਾ। ਉਹ ਲੈਟਰ ਮੈਨੂੰ ਕਾਪੀ ਦੇ ਦੇਣ ਜਿਸ 'ਚੋਂ ਕਮੇਟੀ ਨੇ 3 ਮੈਂਬਰੀ ਕਮੇਟੀ ਨੇ ਕਿਹਾ ਹੋਵੇ ਅਸੀਂ ਕਲੀਨ ਚਿੱਟ ਦਿੰਦੇ ਹਾਂ। ਠੀਕ ਹੈ। ਅੱਛਾ, ਧਵਨ ਜੀ ਦਾ ਵੀ ਇੱਕ ਪੱਖ ਲੈਣੇ। ਧਵਨ ਜੀ, ਜਿਵੇਂ ਜਦੋਂ ਐਡੇ ਵੱਡੇ ਪੱਧਰ ਦੇ ਉੱਤੇ ਸਕੈਮ ਹੋ ਜਾਂਦੇ ਨੇ, ਲੱਗਦਾ ਕਿ ਹੁਣ ਸਰਕਾਰ ਆਪਣੀ ਸਾਖ ਬਚਾਉਣ ਦੇ ਲਈ ਜਿਹੜਾ ਹੁਣ ਭ੍ਰਮਿਤ ਕਰ ਰਹੀ ਹੈ ਚੀਜ਼ਾਂ ਨੂੰ? ਗਗਨ ਜੀ, ਪਹਿਲੀ ਗੱਲ ਤਾਂ ਇਹ ਆ, ਭਾਰਤੀ ਜੀ ਕਹਿੰਦੇ ਕੋਈ ਸਕੈਮ ਨਹੀਂ ਹੋਇਆ, ਅਸੀਂ ਕਲੀਨ ਚਿੱਟ ਦਿੱਤੀ। ਜੇ ਇੱਕ ਸੀਬੀਆਈ ਇਨਕੁਆਇਰੀ ਕਰ ਰਹੀ ਆ ਤੇ ਉਹਨੂੰ ਇਹ ਡਾਕੂਮੈਂਟਸ ਕਿਉਂ ਨਹੀਂ ਪ੍ਰੋਵਾਈਡ ਕਰਦੇ? ਕਿਉਂ ਨਹੀਂ ਉਸ ਗੱਲ ਦੇ ਉੱਤੇ ਕਿ ਜਿਹੜਾ ਬੰਦਾ ਕਹੇ ਮੈਂ ਤਾਂ ਜੀ ਬਿਲਕੁਲ ਸਾਫ਼ ਸੁਥਰਾ, ਉਹਨੂੰ ਤਾਂ ਕਿਸੇ ਇਨਕੁਆਇਰੀ ਤੋਂ ਡਰਨਾ ਹੀ ਨਹੀਂ ਚਾਹੀਦਾ। ਉਹਨੂੰ ਤਾਂ ਕਹਿਣਾ ਭਾਈ ਅਸੀਂ ਦੁੱਧ ਦਾ ਦੁੱਧ ਹੋ ਜਾ, ਅਸੀਂ ਤਾਂ ਹਰ ਡਾਕੂਮੈਂਟ ਪਰ ਪੇਸ਼ ਕਰਨ ਨੂੰ ਤਿਆਰ ਆ। ਅੱਜ ਇਹ ਸੀਬੀਆਈ ਨੂੰ ਕੋਆਪਰੇਟ ਕਿਉਂ ਨਹੀਂ ਕਰ ਰਹੇ? ਇੱਥੋਂ ਨਜ਼ਰ ਆਉਂਦਾ ਕਿ ਸਮਥਿੰਗ ਫਿਸ਼ੀ ਦੇ। ਅਗਰ ਇਹ ਫਿਸ਼ੀ ਨਾ ਹੋਵੇ ਤਾਂ ਡਾਕੂਮੈਂਟ ਦੇ ਕੇ ਸੀਬੀਆਈ ਇਨਕੁਆਇਰੀ ਕਰਾ ਕੇ ਰਿਪੋਰਟ ਲੈ ਲੈਣ। ਅੱਜ ਦੇਖੋ, ਮੈਂ ਭਾਰਤੀ ਜੀ ਵੀ ਗੱਲ ਸੁਣੀ, ਸਾਂਪਲਾ ਜੀ ਵੀ ਗੱਲ ਸੁਣੀ ਕਿ ਸਵਾਲ ਖਾਲੀ ਫੰਡ ਦੀ ਇੱਧਰ ਉੱਧਰ ਹੋਣ ਦਾ ਨਹੀਂ ਹੈ। ਮੈਂ ਪਹਿਲਾਂ ਵੀ ਗੱਲ ਕਹਿ ਚੁੱਕਾ, ਸਵਾਲ ਉਹ ਬੱਚਿਆਂ ਦੇ ਕੈਰੀਅਰ ਦਾ, ਬੱਚੇ ਜਿਹੜੇ ਸੜਕਾਂ ਤੇ ਆਏ ਔਰ ਜਿਨ੍ਹਾਂ ਦੇ 2-2 3-3 ਸਾਲ ਖਰਾਬ ਹੋ ਗਏ, ਉਹਨਾਂ ਦਾ ਜ਼ਿੰਮੇਵਾਰ ਕੌਣ ਆ? ਉਹਦੀ ਭਰਵਾਈ ਕੌਣ ਕਰੂਗਾ? ਇਹਦਾ ਜਵਾਬ ਦੇਣ। ਅੱਛਾ ਭਾਰਤੀ ਜੀ, ਠੀਕ ਹੈ, ਇਹ ਗੱਲ ਠੀਕ ਹੈਗੀ ਆ, ਘੁੰਮ ਰਹੀ ਆ ਬਹੁਤ ਸੋਸ਼ਲ ਮੀਡੀਆ ਤੇ ਵੀ ਹੈ। ਤਾਂ ਲੱਗਦਾ ਕਿ ਜਿਹੜਾ ਸਹਿਯੋਗ ਕਰਨਾ ਚਾਹੀਦਾ ਸੀਬੀਆਈ ਦਾ, ਤੁਸੀਂ ਕਹਿੰਦੇ ਕਿ ਉਹ ਚਲੋ ਸਰਕਾਰ ਦਾ ਤੋਤਾ ਕਹਿੰਦੇ ਆ ਜਾਂ ਜਿੱਦਾਂ ਦੀਆਂ ਵੀ ਚੀਜ਼ਾਂ ਕਹਿੰਦੇ ਆ, ਪਰ ਇੱਕ ਪ੍ਰੋਟੋਕਾਲ ਹੈ, ਉਹਦੇ ਹਿਸਾਬ ਨਾਲ ਤਾਂ ਕਰਨਾ ਚਾਹੀਦਾ ਜਾਂਚ, ਤਾਂ ਹੀ ਜਿਹੜਾ ਅਸਲੀਅਤ ਸਾਹਮਣੇ ਆ ਸਕਦੀ ਹੈ। ਏਦਾਂ ਤਾਂ ਹੋਰ ਜ਼ਿਆਦਾ ਲੱਗਦਾ ਕਿ ਬਿਲਕੁਲ ਦਾਲ 'ਚ ਕੁਛ ਕਾਲਾ ਜੇ ਕੋਈ ਸਹਿਯੋਗ ਨਹੀਂ ਕਰਦੇ। ਗਗਨ ਜੀ, ਪਹਿਲੀ ਗੱਲ ਤਾਂ ਇਹ ਹੈ ਵੀ ਸੀਬੀਆਈ ਨੇ ਕੋਈ ਡਾਕੂਮੈਂਟ ਜੇ ਉਹਨਾਂ ਤੋਂ ਮੰਗੇ ਹੈ, ਜੇ ਉਹਨਾਂ ਨੇ ਕੋਈ ਰਿਫਿਊਜ਼ਲ ਦਿੱਤੀ ਹੈ, ਤਾਂ ਇਹੋ ਜਿਹੀ ਕੋਈ ਗੱਲ ਕਿਤੇ ਨਿਊਜ਼ ਵਿੱਚ ਨਹੀਂ ਆਈ, ਨਾ ਪ੍ਰੈਸ ਵਿੱਚ ਆਈ, ਨਾ ਮੀਡੀਆ 'ਚ ਆਈ, ਨਾ ਕਿਸੇ ਨੇ ਸੁਣੀ। ਸਿਰਫ ਇਹ ਜਿਹੜੇ ਨਾ ਆਪੋਜੀਸ਼ਨ ਦੇ ਬਲੇਮ ਗੇਮ ਜਾਂ ਹੋ ਸਕਦਾ ਉਹਨਾਂ ਨੇ ਕੋਈ ਮੰਗੀ ਫਾਈਲ, ਤਾਂ ਇਹਨਾਂ ਦੀ ਜਿਹੜੀ ਕ੍ਰੈਡੀਬਿਲਿਟੀ ਹੈ ਉਹਦੇ ਤੇ ਹਮੇਸ਼ਾ ਹੀ ਭਾਰਤੀ ਜੀ ਉਂਗਲ ਉੱਠਦੀ ਰਹੀ ਹੈ। ਇੱਕ ਮਿੰਟ ਰੋਕਾਂਗੇ ਆਪਾਂ ਸਾਹਿਲ ਤੋਂ ਉਹ ਚੀਜ਼ ਪੁੱਛ ਲਈਏ। ਸਾਹਿਲ ਜੀ ਤੋਂ, ਸਾਹਿਲ ਜੀ ਬਹੁਤ ਬਰੀਫ ਦੇ ਵਿੱਚ ਦੱਸਿਓ, ਕੋਈ ਏਦਾਂ ਦੀ ਸਰਕਾਰ ਦੇ ਵੱਲੋਂ ਕਹੀ ਗਈ ਹੈ ਚੀਜ਼ ਕਹੀ ਗਈ ਹੈ ਆਫੀਸ਼ੀਅਲੀ? ਇੱਕ ਹਫ਼ਤਾ ਪਹਿਲਾਂ ਟਾਈਮਸ ਆਫ ਇੰਡੀਆ ਦੇ ਵਿੱਚ ਪੂਰੇ ਅੱਧੇ ਪੇਜ ਦੀ ਸਟੋਰੀ ਲੱਗੀ ਹੈ, ਜਿਹਦੇ ਵਿੱਚ ਕਿਹਾ ਗਿਆ ਕਿ ਪੰਜਾਬ ਗਵਰਨਮੈਂਟ ਨੇ ਸਾਫ਼ ਮਨਾ ਕੀਤਾ ਕਿ ਅਸੀਂ ਕੋਈ ਸਹਿਯੋਗ ਨਹੀਂ ਕਰਾਂਗੇ ਸੀਬੀਆਈ ਦਾ। ਠੀਕ ਹੈ। ਹਾਂਜੀ ਭਾਰਤੀ ਜੀ, ਸੁਣ ਲਿਆ ਤੁਸੀਂ, ਬਹੁਤ ਜ਼ਿੰਮੇਦਾਰ ਅਖਬਾਰ ਹੈ ਤੇ ਇਹਨਾਂ ਨੇ ਇਹ ਕਿਹਾ ਕਿ ਵੀ ਸੀਬੀਆਈ ਨੂੰ ਉਹਨਾਂ ਨੇ ਕਿਹਾ ਵੀ ਅਸੀਂ ਕੋਈ ਸਹਿਯੋਗ ਨਹੀਂ ਕਰਾਂਗੇ। ਉਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕੋਈ ਡਾਕੂਮੈਂਟ ਨਹੀਂ ਦਿਆਂਗੇ। ਮਤਲਬ ਤਾਂ ਇਹੀ ਨਿਕਲਦਾ ਹੈ ਭਾਰਤੀ ਜੀ, ਮਤਲਬ ਇਹੀ ਨਿਕਲਦਾ। ਸੁਣੋ ਇੱਕ ਮਿੰਟ ਲਈ ਗੱਲ ਸੁਣ ਲਓ ਮੈਨੂੰ, ਲੈਟ ਮੀ ਕੰਪਲੀਟ ਪਲੀਜ਼। ਕਰ ਲਓ। ਜੇਕਰ ਸੀਬੀਆਈ ਬਿਯੋਂਡ ਆਪਣੀ ਪਾਵਰ ਦੇ ਕੋਈ ਸਾਡੇ ਕਿਸੇ ਬੰਦੇ ਨੂੰ ਤੰਗ ਕਰਨ ਲਈ ਜੇਕਰ ਸੀਬੀਆਈ ਕੋਈ ਡਾਕੂਮੈਂਟ ਮੰਗਦੀ ਹੈ, ਕੋਈ ਚੀਜ਼ ਮੰਗਦੀ ਹੈ, ਉਹ ਬਿਲਕੁਲ ਨਹੀਂ ਦਿੱਤੀ ਜਾਏਗੀ ਕਿਸੇ ਨੂੰ ਤੰਗ ਕਰਨ ਲਈ। ਜੇਕਰ ਉਹ ਅਥੈਂਟੀਕੇਟਡ ਡਾਕੂਮੈਂਟ ਮੰਗਦੇ ਆ ਤਾਂ ਸਰਕਾਰ ਨਹੀਂ ਨਾ ਕਰ ਸਕਦੀ। ਦੂਜੀ ਗੱਲ ਜਿਹੜੀ ਇਹਨਾਂ ਨੇ ਕਿਹਾ, ਜਦੋਂ ਮੈਂ ਇਹ ਗੱਲ ਕਹੀ ਕਿ ਪੰਜਾਬ ਦੇ ਚੀਫ ਮਿਨਿਸਟਰ, ਐਜੂਕੇਸ਼ਨ ਮਿਨਿਸਟਰ, ਸੋਸ਼ਲ ਵੈਲਫੇਅਰ ਮਿਨਿਸਟਰ ਨੇ ਇਹ ਗੱਲ ਕਹੀ ਕਿ ਅਸੀਂ ਕਿਸੇ ਦਾ ਰੋਲ ਨੰਬਰ ਨਹੀਂ ਰੁਕਣ ਦੇਵਾਂਗੇ। ਇਹ ਕਹਿੰਦੇ ਜੀ ਤੁਸੀਂ ਬੱਚਿਆਂ ਦੇ ਧਰਨਿਆਂ ਤੋਂ ਪ੍ਰੈਸ਼ਰਾਈਜ਼ ਹੋ ਕੇ ਉਹ ਜਿਹੜੀ ਤੁਸੀਂ ਆਪਣੀ ਹਾਮੀ ਭਰੀ ਹੈ, ਮੈਂ ਕਹਿੰਦਾ ਚਲੋ ਆਪਾਂ ਇਹਨਾਂ ਦੀ ਗੱਲ ਮੰਨ ਲੈਂਦੇ ਹਾਂ। ਇਹਦਾ ਮਤਲਬ ਇਹ ਹੈ ਕਿ ਡੈਮੋਕ੍ਰੈਟਿਕਲੀ ਵੀ ਆਰ ਸਟਰੋਂਗ। ਅਸੀਂ ਬੱਚਿਆਂ ਦੀ ਗੱਲ ਮੰਨੀ, ਬੱਚਿਆਂ ਦਾ ਪ੍ਰੈਸ਼ਰ ਮੰਨਿਆ। ਤੁਸੀਂ ਕਿਉਂ ਨਹੀਂ ਮੰਨਿਆ? 9 ਮਹੀਨੇ ਹੋ ਗਏ ਕਿਸਾਨ ਉੱਤੇ ਬੈਠੇ ਆ ਬਾਰਡਰ ਤੇ। ਇਹਦਾ ਮਤਲਬ ਚਲੋ ਭਾਰਤੀ ਜੀ, ਅੱਜ ਆਪਣਾ ਮੁੱਦਾ ਹੋਰ ਹੈ, ਜਦੋਂ ਕਿਸਾਨਾਂ ਵਾਲੀ ਗੱਲ ਹੋਊਗੀ ਤਾਂ ਉਦੋਂ ਵੀ ਸਾਹਿਲ ਜੀ ਹੋਰਾਂ ਤੋਂ ਜ਼ਰੂਰ ਪੁੱਛਾਂਗੇ, ਇਹਨਾਂ ਨੂੰ ਬੁਲਾਵਾਂਗੇ। ਤਾਂ ਠੀਕ ਹੈ, ਆਪਾਂ ਸਾਹਿਲ ਹੋਰਾਂ ਤੋਂ ਕਮੈਂਟ ਲੈ ਲਈ, ਆਪਾਂ ਵਾਈਂਡ ਅਪ ਵੀ ਕਰਨਾ, ਟਾਈਮ ਸਾਡੇ ਕੋਲ। ਜੀ ਜਿਹੜੀ ਬੱਚਿਆਂ ਦੀ ਗੱਲ ਕੀਤੀ ਧਵਨ ਸਾਹਿਬ ਨੇ, ਅੱਜ ਤੱਕ ਕਿਸੇ ਬੱਚੇ ਦਾ ਜਿਹੜਾ ਰੋਲ ਨੰਬਰ ਹੈ ਉਹ ਡਿਨਾਈ ਨਹੀਂ ਹੋਇਆ। ਜੇਕਰ ਤੁਹਾਡੇ ਕੋਲ ਕੋਈ ਐਸਾ ਕੇਸ ਹੈ, ਜੇ ਕਿਸੇ ਬੱਚੇ ਦਾ ਰੋਲ ਨੰਬਰ ਡਿਨਾਈ ਹੋਇਆ ਤਾਂ ਦੱਸੋ, ਇਮੀਡੀਏਟਲੀ ਸਟ੍ਰਿਕਟ ਐਕਸ਼ਨ ਵਿਲ ਬੀ ਟੇਕਨ। ਭਾਰਤੀ ਜੀ ਹੋਏ ਨੇ, ਬਹੁਤ ਹੋਏ ਨੇ, ਰੋਜ਼ ਖਬਰਾਂ ਆਉਂਦੀਆਂ ਨੇ। ਚਲੋ ਠੀਕ ਹੈ, 8 ਲੱਖ ਸਾਹਿਲ ਜੀ ਤੋਂ ਲਈਏ। ਹਾਂਜੀ ਭਾਰਤੀ ਜੀ, ਤੁਹਾਡੇ ਮੈਂ ਕਹਾਂ, ਇਹ ਕਹਿੰਦੇ ਇੱਕ ਬੱਚਾ, ਮੈਂ ਕਹਿੰਦੀ 8 ਲੱਖ। ਮੈਂ ਉਸੇ ਸਮਾਜ ਚੋਂ ਨਾ ਭਾਰਤੀ ਜੀ, ਮੈਨੂੰ ਪਤਾ ਹੈ ਤੁਸੀਂ ਵੱਖ-ਵੱਖ ਚੈਨਲਾਂ ਦੇ ਪੈਨਲਾਂ ਨੂੰ ਆਉਣਾ। ਮੈਂ ਚਾਹੂੰਗਾ ਤੁਸੀਂ ਬਜ਼ੁਰਗ ਹੈ, ਮੈਂ ਤੁਹਾਡੀ ਨੌਲੇਜ 'ਚ ਵਾਧਾ ਕਰਾਂ, ਤੁਹਾਡਾ ਬੱਚੇ ਆਣਗਾ, ਮੈਂ ਤੁਹਾਡਾ ਨੰਬਰ ਲੈ ਕੇ ਸਪੈਸ਼ਲ ਸਟੋਰੀਆਂ ਭੇਜੂੰਗਾ। ਟਾਈਮਸ ਆਫ ਇੰਡੀਆ ਵਾਲੀ ਸਟੋਰੀ ਵੀ ਤੁਹਾਨੂੰ ਭੇਜੂੰਗਾ। ਟਾਈਮਸ ਆਫ ਇੰਡੀਆ ਕੋਈ ਛੋਟੀ ਮੋਟੀ ਅਖਬਾਰ ਨਹੀਂ,
ਕੋਈ ਜ਼ਿੰਮੇਵਾਰ ਅਖਬਾਰ ਹੈ ਜਿਹ 'ਚ ਕਿਹਾ ਸੀਬੀਆਈ ਦੀ ਗੱਲ ਹੋਈ ਔਰ ਤੁਸੀਂ ਕਿਹਾ ਚਲੋ ਇੱਕ ਚੀਜ਼ ਤੇ ਨਹੀਂ ਮੰਨੀ, ਚਲੋ ਠੀਕ ਹੈ ਜੀ ਅਸੀਂ ਮੰਨ ਲੈਂਦੇ ਅਸੀਂ ਪ੍ਰੈਸ਼ਰਾਈਜ਼ ਹੋ ਕੀਤਾ। ਤੁਹਾਡਾ ਭਾਰਤੀ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਫਾਸਟ ਵੇ ਤੇ ਆ ਕੇ ਇੱਕ ਚੀਜ਼ ਤਾਂ ਸੱਚੀ ਮੈਂ ਦੇਖਦਾ ਮੈਂ ਤੁਹਾਡਾ, ਤੁਸੀਂ ਦਿਲੋਂ ਸਾਫ਼ ਨੂੰ ਤੁਸੀਂ ਮੰਨ ਗਏ। ਚੀਫ ਮਿਨਿਸਟਰ ਸਾਹਿਬ ਤਾਂ ਨਹੀਂ ਮੰਨਦੇ, ਘੱਟੋ ਘੱਟ ਤੁਸੀਂ ਤਾਂ ਮੰਨਿਆ ਗਿਆ ਕਿ ਠੀਕ ਹੈ ਜੀ ਪ੍ਰੈਸ਼ਰਾਈਜ਼ ਹੋ ਕੇ ਕੀਤਾ। ਔਰ ਤੁਸੀਂ ਕਹਿੰਦੇ ਹੋ ਕਿ ਸੀਬੀਆਈ ਕਿੱਦਾਂ ਕਰ ਦੂਗੀ। ਇਹ ਮਹਾਰਾਜ ਤੁਸੀਂ ਜਦੋਂ ਇਲਜ਼ਾਮ ਲਾਣੇ ਹੁੰਦੇ ਨਾ ਕਿ ਸੈਂਟਰ ਸਰਕਾਰ ਪੈਸੇ ਨਹੀਂ ਦੇ ਰਹੀ, ਸੈਂਟਰ, ਇਹ ਸੈਂਟਰ ਦਾ ਪੈਸਾ ਆਂਦਾ ਸਟੇਟ ਨੂੰ, ਸੈਂਟਰ ਕੋ ਪੂਰਾ ਰਾਈਟ ਹੈ ਕਿ ਉਹਦਾ ਭੇਜਿਆ ਹੋਇਆ ਪੈਸਾ ਸਹੀ ਜਗ੍ਹਾ ਲੱਗ ਰਿਹਾ ਕਿ ਨਹੀਂ ਲੱਗ ਰਿਹਾ, ਉਹਦੀ ਨਿਗਰਾਨੀ ਕਰਨਾ ਸੈਂਟਰ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ। ਔਰ ਸੀਬੀਆਈ ਜਿਹੜੀ ਹੈ ਉਹ ਕੇਂਦਰ ਸਰਕਾਰ ਸੈਂਟਰ ਗਵਰਨਮੈਂਟ ਦੀ ਇੱਕ ਏਜੰਸੀ ਹੈ, ਤੁਸੀਂ ਕਿੱਦਾਂ ਮਨਾ ਕਰ ਸਕਦੇ ਹੋ ਉਹਨੂੰ। ਔਰ ਮੈਂ ਜ਼ਿਆਦਾ ਸਮੇਂ ਨਹੀਂ ਲੈਣਾ, ਸਿਰਫ ਇੱਕ ਸਵਾਲ ਪੁੱਛਣਾ ਭਾਰਤੀ ਜੀ ਨੂੰ, ਮੈਂ ਉਸ ਤੋਂ ਬਾਅਦ ਨਿਸ਼ਬਦ ਹੋ ਜਾਊਂਗਾ। ਮੈਂ ਸਿਰਫ ਇੰਨਾ ਪੁੱਛਣਾ ਚਾਹੂੰਗਾ ਕਿ ਜਿਹੜੀ ਕਲੀਨ ਚਿੱਟ ਦੀ ਇਹ ਗੱਲ ਕਰ ਰਹੇ ਨੇ ਸਾਧੂ ਸਿੰਘ ਧਰਮਸੋਤ ਜੀ ਨੂੰ, ਉਹਦਾ ਲਿਖਤੀ ਪੱਤਰ ਮੈਨੂੰ ਛੱਡੋ, ਤੁਸੀਂ ਫਾਸਟਵੇ ਨਿਊਜ਼ ਨੂੰ ਦੇ ਦਿਓ ਤਾਂ ਕਿ ਆਪਣੇ ਨਿਊਜ਼ ਚੈਨਲ ਤੇ ਦਿਖਾ ਦੇਣ ਔਰ ਅਸੀਂ ਸਾਰੇ ਚਲੋ ਭਾਰਤੀ ਜੀ ਠੀਕ ਹੈ, ਭਾਰਤੀ ਜੀ ਕਲੀਨ ਚਿੱਟ ਵਾਲਾ ਸਾਨੂੰ ਭੇਜ ਦੋਗੇ ਤੁਸੀਂ, ਉਹ ਦਿਖਾਉਣ 'ਚ ਤਾਂ ਕੋਈ ਦਿੱਕਤ ਨਹੀਂ ਹੈਗੀ ਮੈਨੂੰ ਲੱਗਦਾ। ਗੱਲ ਇਹ ਹੈ ਵੀ ਇਹ ਨਹੀਂ ਹੈ ਜੀ ਨਾ ਐਸਸੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਜਿਹੜੇ ਨੇ ਉਹ ਫੁੱਲੀ ਆਥੋਰਾਈਜ਼ਡ ਨੇ। he is fully authorized to get any paper from state government। ਸਮਝਗੇ, ਇਹ ਤਾਂ ਇਹ ਰਾਜਨੀਤੀ ਕਰਦੇ ਨੇ, ਇਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ। ਵੈਸੇ ਭਾਰਤੀ ਜੀ ਸੋਸ਼ਲ ਡੋਮੇਨ ਦੇ ਵਿੱਚ ਉਹ ਚੀਜ਼ ਦੇਣ ਦੀ ਕੋਈ ਦਿੱਕਤ ਤਾਂ ਨਹੀਂ ਹੈਗੀ, ਕਲੀਨ ਚਿੱਟ ਵਾਲਾ ਜਿਹੜਾ ਹੈਗਾ। ਬਿਲਕੁਲ ਐਸਸੀ ਕਮਿਸ਼ਨ ਡਿਮਾਂਡ ਕਰੇ ਪੰਜਾਬ ਸਰਕਾਰ ਦੇ ਦੇਗੀ। ਚਲੋ ਠੀਕ ਹੈ ਸਾਹਿਲ, ਤੁਸੀਂ ਐਸਸੀ ਕਮਿਸ਼ਨ ਨੇ ਦੋ ਵਾਰੀ ਸਮਨ ਕੀਤਾ ਚੀਫ ਸੈਕਟਰੀ ਨੂੰ, ਚੀਫ ਸੈਕਟਰੀ ਪੇਸ਼ ਨਹੀਂ ਹੋਏ ਔਰ ਉਹਨਾਂ ਦੀ ਜਗ੍ਹਾ ਤੇ ਸੈਕਟਰੀ ਹਾਇਰ ਐਜੂਕੇਸ਼ਨ ਔਰ ਡਾਇਰੈਕਟਰ ਸੋਸ਼ਲ ਵੈਲਫੇਅਰ ਹਾਜ਼ਰ ਹੋਏ ਔਰ ਉਹਨੇ ਕਿਹਾ ਜੀ ਸਾਡੇ ਕੋਲ ਅਜੇ ਪ੍ਰਾਪਤ ਡਾਕੂਮੈਂਟ ਨਹੀਂ ਹੈ। ਇਹ ਤੁਹਾਡੀ ਸਰਕਾਰ ਦਾ ਰਵੱਈਆ, ਤੁਸੀਂ ਕਹਿ ਰਹੇ ਕੁਝ ਵੀ ਲੈ ਸਕਦੇ ਹੋ। ਠੀਕ ਹੈ, ਯੂਰ ਗਵਰਨਮੈਂਟ ਇਜ਼ ਨਾਟ ਸਪੋਰਟਿੰਗ ਟੂ ਐਨੀ ਸੈਂਟਰਲ ਏਜੰਸੀ ਔਰ ਐਨੀ ਨੈਸ਼ਨਲ ਕਮਿਸ਼ਨ। ਤੁਸੀਂ ਇਸ ਤਰੀਕੇ ਨਾਲ ਕਹਿੰਦੇ ਹੋ ਕਿ ਸੀਨਾ ਚੋਰੀ ਕਰ ਰਹੇ ਹੋ, ਨਾਲੇ ਚੋਰੀ ਨਾਲੇ ਸੀਨਾ ਚੋਰੀ। ਠੀਕ ਹੈ, ਚਲੋ ਤੁਸੀਂ ਗੁੰਮਰਾਹ ਕਰ ਰਹੇ ਹੋ ਪੰਜਾਬ ਦੇ ਲੋਕਾਂ ਨੂੰ, ਤੁਹਾਨੂੰ ਕਿਸੇ ਨੇ ਵੀ ਮੂੰਹ ਨਹੀਂ ਲਾਣਾ। ਚਲੋ ਭਾਰਤੀ ਜੀ ਆਪਾਂ ਬਹੁਤੇ ਪਰਸਨਲ ਨਾ ਕਰੀਏ, ਤਾਂ ਅੱਜ ਗੱਲਬਾਤ ਕੀਤੀ, ਸਾਡੇ ਕੋਲ ਸਮਾਂ ਇੰਨਾ ਹੀ ਸੀ। ਧੰਨਵਾਦ ਕਰਦੇ ਹਾਂ ਸਾਰਿਆਂ ਦਾ, ਤੇ ਆਸ ਉਮੀਦ ਇਹੀ ਕਰਦੇ ਹਾਂ ਕਿ ਜ਼ਰੂਰ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ ਹੋਇਆ ਸਿੱਟਾ ਨਿਕਲੇਗਾ ਔਰ ਜਿਹੜਾ ਦੁੱਧ ਦਾ ਪਾਣੀ ਦਾ ਪਾਣੀ ਹੋਵੇਗਾ। ਜਿਹੜੇ ਬੱਚਿਆਂ ਦੇ ਲਈ ਇਹ ਪੈਸਾ ਸੀਗਾ ਉਹਨਾਂ ਦੇ ਵੈਲਫੇਅਰ ਦੇ ਉੱਤੇ ਹੀ ਲੱਗੇਗਾ। ਤਾਂ ਤਮਾਮ ਮਹਿਮਾਨਾਂ ਦਾ ਜ਼ਰੂਰ ਦੁਬਾਰਾ ਧੰਨਵਾਦ ਕਰਦੀ ਹੈ। ਸਾਹਿਲ ਸਾਂਪਲਾ ਸੀ ਭਾਜਪਾ ਦੇ ਆਗੂ, ਪੰਜਾਬ ਭਾਜਪਾ ਦੇ ਆਗੂ ਸੀ, ਜੀਵਨ ਧਮਨ ਬੁਲਾਰੇ ਸੀ ਸ਼੍ਰੋਮਣੀ ਅਕਾਲੀ ਦਲ ਦੇ, ਤੇ ਵਿਨੋਦ ਭਾਰਤੀ ਸਾਡੇ ਨਾਲ ਜੁੜੇ ਸੀ ਕਾਂਗਰਸ ਦੇ ਵੱਲੋਂ। ਤਾਂ ਤਮਾਮ ਮਹਿਮਾਨਾਂ ਦਾ ਧੰਨਵਾਦ। ਗੱਲਬਾਤ ਕੀਤੀ ਹੈ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ ਮਾਮਲੇ ਦੇ ਉੱਤੇ ਔਰ ਸੀਬੀਆਈ ਦੇ ਕੋਲ ਜਾਂਚ ਹੈ। ਪੰਜਾਬ ਸਰਕਾਰ ਦੇ ਵੱਲੋਂ ਕਲੀਨ ਚਿੱਟ ਦਿੱਤੀ ਗਈ ਤਾਂ ਸਵਾਲ ਬਹੁਤ ਉੱਠੇ, ਉਹਨਾਂ ਸਵਾਲਾਂ ਦਾ ਹੀ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਲਗਾਤਾਰ ਬਣੇ ਰਹੋ ਫਾਸਟ ਨਿਊਜ਼ ਦੇ ਨਾਲ। ਧੰਨਵਾਦ।